डिक्शनरी ਜਾਂ ਸ਼ਬਦਕੋਸ਼ ਅਨੁਸਾਰ ਤਰਤੀਬ। ਵਿਦਿਆਰਥੀਓ, ਇਹ ਹੈ ਸਾਡਾ ਅੱਜ ਦਾ ਵਿਸ਼ਾ। ਤੁਸੀਂ LDD TV ਤੇ ਲਗਾਤਾਰ ਲੈਕਚਰ ਦੇਖਦੇ ਹੋ, GK ਦੇਖਦੇ ਹੋ। ਸੋ ਉਸੇ ਤਹਿਤ ਅੱਜ ਦਾ ਲੈਕਚਰ ਡਿਕਸ਼ਨਰੀ ਜਾਂ ਸ਼ਬਦਕੋਸ਼ ਅਨੁਸਾਰ ਤਰਤੀਬ ਹੈ। ਤੁਸੀਂ ਇਸ ਨੂੰ ਬੜੀ ਆਸਾਨੀ ਨਾਲ ਸਿੱਖ ਸਕਦੇ ਹੋ। ਆਓ ਇਹਦੇ ਤੇ ਆਪਾਂ ਛੋਟੀ ਜਿਹੀ ਵਿਚਾਰ ਚਰਚਾ ਕਰੀਏ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਜਿਹੜੀ ਅਸੀਂ ਗੁਰਮੁਖੀ ਲਿਪੀ ਵਰਤਦੇ ਹਾਂ, ਉਸ ਗੁਰਮੁਖੀ ਲਿਪੀ ਦੇ ਵਿੱਚ ਊੜੇ ਤੋਂ ਲੈ ਕੇ ਰਾੜੇ ਤੱਕ ਜਿਹੜੇ ਮੂਲ ਅੱਖਰ ਨੇ ਉਹਨਾਂ ਦੀ ਤਰਤੀਬ ਅਨੁਸਾਰ ਅਸੀਂ ਸ਼ਬਦਾਂ ਦਾ ਕ੍ਰਮ ਬਣਾ ਕੇ ਡਿਕਸ਼ਨਰੀ ਵਾਲਾ ਜਿਹੜਾ ਸਾਡਾ ਪ੍ਰਸ਼ਨ ਹੈ ਉਹਨੂੰ ਹੱਲ ਕਰ ਸਕਦੇ ਹਾਂ। ਦੂਜਾ, ਜਿਹੜੀਆਂ ਪੰਜਾਬੀ ਦੀਆਂ ਲਗਾ ਮਾਤਰਾ ਨੇ ਅ, ਆ, ਏ, ਈ, ਓ, ਊ, ਏ, ਐ, ਓ, ਔ 10 ਨੇ। ਇਹਨਾਂ ਨੂੰ ਮੁਕਤਾ ਪਹਿਲਾਂ ਕੰਨਾ, ਫੇਰ ਸਿਹਾਰੀ, ਫੇਰ ਬਿਹਾਰੀ, ਜਿਸ ਤਰੀਕੇ ਨਾਲ ਮੈਂ ਬੋਲਿਆ ਹੈਗਾ ਮੁਹਾਰਨੀ ਨੂੰ, ਉਸ ਤਰੀਕੇ ਨਾਲ ਅੱਖਰ ਦੇ ਨਾਲ ਕਿਹੜੀ ਮਾਤਰਾ ਲੱਗੀ ਹੈ ਉਹਦੇ ਅਨੁਸਾਰ ਤਰਤੀਬ ਦੇ ਸਕਦੇ ਹਾਂ। ਹੁਣ ਤੀਜਾ ਮਹੱਤਵਪੂਰਨ ਨੁਕਤਾ ਜਿਹੜਾ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਭਾਸ਼ਾ ਹੈ ਅਰਬੀ ਫਾਰਸੀ, ਉਹਨਾਂ ਨੂੰ ਪੰਜਾਬੀ ਭਾਸ਼ਾ ਵਿੱਚ ਉਹਨਾਂ ਦੇ ਬੜੇ ਸਾਰੇ ਸ਼ਬਦ ਨੇ। ਸਾਡੇ ਮੱਧਕਾਲੀ ਸਾਹਿਤ ਦਾ ਬੜਾ ਅਮੀਰ ਉਹ ਸ਼ਬਦ ਹਿੱਸਾ ਨੇ। ਉਹਨਾਂ ਸ਼ਬਦਾਂ ਨੂੰ ਜਦੋਂ ਅਸੀਂ ਗੁਰਮੁਖੀ ਦੇ ਵਿੱਚ ਲਿਖਦੇ ਹਾਂ ਤਾਂ ਸਾਨੂੰ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਇਹ ਪੈਰ ਬਿੰਦੀ ਵਾਲੇ ਅੱਖਰ ਜਿਹੜੇ ਆ ਸਾਨੂੰ ਉਹ ਵਰਤਣੇ ਪੈਂਦੇ ਆ। ਸੋ ਗੁਰਮੁਖੀ ਜਿਹੜੀ ਸਾਡੀ ਲਿਪੀ ਹੈ ਉਹਦੇ ਵਿੱਚ ਜਦੋਂ ਅਸੀਂ ਊੜੇ ਤੋਂ ਲੈ ਕੇ ਰਾੜੇ ਤੱਕ ਉਹਦੀ ਤਰਤੀਬ ਬਣਾਉਂਦੇ ਹਾਂ, ਸਾਡੀ ਇੱਕ ਵਰਨਮਾਲਾ ਬਣਦੀ ਹੈ ਤੇ ਉਹਦੇ ਵਿੱਚ ਥੱਲੇ ਕਰਕੇ ਲਿਖਿਆ ਹੁੰਦਾ ਨਵੀਨ ਟੋਲੀ। ਹੁਣ ਆਹ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਵਿਦਿਆਰਥੀਆਂ ਨੂੰ ਸਮਝਣਾ ਜ਼ਰੂਰੀ ਹੈ। ਜੇ ਅਸੀਂ ਕਾਇਦੇ ਦੇ ਅਨੁਸਾਰ ਚੱਲੀਏ, ਕਾਇਦੇ ਦੇ ਅਨੁਸਾਰ ਜਿਹੜੀ ਊੜੇ ਤੋਂ ਲੈ ਕੇ ਰਾੜੇ ਤੱਕ ਕੁੱਲ 35 ਅੱਖਰ ਲਿਖਣ ਤੋਂ ਬਾਅਦ ਫਿਰ ਅਸੀਂ ਨਵੀਨ ਟੋਲੀ ਲਿਖਦੇ ਹਾਂ ਤੇ ਨਾਲ ਲੱਲੇ ਪੈਰ ਬਿੰਦੀ ਲਿਖਦੇ ਹਾਂ ਤੇ ਕੁੱਲ 41 ਅੱਖਰ ਜਿਹੜੇ ਆ ਉਹ ਸਾਡੇ ਬਣਦੇ ਨੇ। ਉਹਦੇ ਵਿੱਚ ਨਵੀਨ ਟੋਲੀ ਰਾੜੇ ਤੋਂ ਬਾਅਦ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ ਪੈਂਦੀ ਹੈ। ਪਰ ਜਦੋਂ ਡਿਕਸ਼ਨਰੀ ਦੇ ਵਿੱਚ ਅਸੀਂ ਇਹਨਾਂ ਸ਼ਬਦਾਂ ਨੂੰ ਲਿਖਣਾ ਹੈ ਤੇ ਖਾਸ ਤੌਰ ਤੇ ਯਾਦ ਰੱਖਿਆ ਜਾਵੇ, ਜਿਹੜੇ ਐਂਟਰੈਂਸ ਟੈਸਟ ਦੇਣ ਵਾਲੇ ਆ ਧਿਆਨ ਨਾਲ ਸੁਣ ਲੈਣ, ਖਾਸ ਤੌਰ ਤੇ ਯਾਦ ਰੱਖਿਆ ਜਾਵੇ ਕਿ ਜਿਹੜਾ ਮੂਲ ਅੱਖਰ ਹੈ, ਮੂਲ ਅੱਖਰ ਦੇ ਬਿਲਕੁਲ ਨਾਲ ਹੀ ਪੈਰ ਬਿੰਦੀ ਵਾਲਾ ਅੱਖਰ ਉਹ ਤੋਂ ਅਗਲੇ ਅੱਖਰ ਦੇ ਰੂਪ ਚ ਆਏਗਾ। ਜਿਵੇਂ ਸੱਸੇ ਪੈਰ ਬਿੰਦੀ ਸੱਸੇ ਵਾਲੇ ਅੱਖਰ ਤੋਂ ਬਾਅਦ, ਖੱਖੇ ਪੈਰ ਬਿੰਦੀ ਖੱਖੇ ਵਾਲੇ ਅੱਖਰ ਤੋਂ ਬਾਅਦ, ਗੱਗੇ ਪੈਰ ਬਿੰਦੀ ਗੱਗੇ ਵਾਲੇ ਅੱਖਰ ਤੋਂ ਬਾਅਦ, ਜੱਜੇ ਪੈਰ ਬਿੰਦੀ ਜੱਜੇ ਵਾਲੇ ਅੱਖਰ ਤੋਂ ਬਾਅਦ, ਫੱਫੇ ਪੈਰ ਬਿੰਦੀ ਫੱਫੇ ਵਾਲੇ ਅੱਖਰ ਤੋਂ ਬਾਅਦ ਆਏਗੀ। ਤੁਹਾਨੂੰ ਸਮਝ ਲੱਗ ਗਈ? ਇਹ ਜਿਹੜੇ ਪੈਰ ਬਿੰਦੀ ਵਾਲੇ ਅੱਖਰ ਨੇ, ਭਾਵੇਂ ਕਾਇਦੇ ਦੇ ਅਨੁਸਾਰ ਅਸੀਂ ਇਹਨਾਂ ਨੂੰ ਊੜੇ ਤੋਂ ਰਾੜੇ ਤੱਕ 35 ਅੱਖਰ ਲਿਖ ਕੇ ਨਵੀਨ ਟੋਲੀ ਵਿੱਚ ਇਹ 5 + 1 6 ਅੱਖਰ ਲਿਖਦੇ ਹਾਂ, ਲੇਕਿਨ ਡਿਕਸ਼ਨਰੀ ਦੀ ਤਰਤੀਬ ਦੇ ਵਿੱਚ ਇਹ ਜਿਹੜਾ ਮੂਲ ਅੱਖਰ ਹੈ ਜਿਹਦੇ ਪੈਰ ਬਿੰਦੀ ਲੱਗੀ ਹੈ, ਅਗਰ ਇਹ ਦੋ ਸ਼ਬਦ ਸਾਡੇ ਕੋਲ ਇਸ ਤਰ੍ਹਾਂ ਦੇ ਆ ਜਾਣ ਤਾਂ ਫਿਰ ਅਸੀਂ ਜਿਹੜਾ ਮੂਲ ਅੱਖਰ ਹੈ ਜਿਵੇਂ ਸੱਸਾ, ਉਹਦੇ ਨਾਲ ਜਿਹੜਾ ਸ਼ਬਦ ਸ਼ੁਰੂ ਹੁੰਦਾ ਹੈ, ਅਗਰ ਸੱਸੇ ਪੈਰ ਬਿੰਦੀ ਵਾਲਾ ਸ਼ਬਦ ਕੋਈ ਆ ਗਿਆ ਤਾਂ ਉਹ ਸੱਸੇ ਤੋਂ ਬਾਅਦ ਆਏਗਾ, ਨਾ ਕਿ ਰਾੜੇ ਤੱਕ ਸਾਰੇ ਅੱਖਰਾਂ ਵਾਲੇ ਸ਼ਬਦ ਲਗਾ ਕੇ ਫਿਰ ਅਸੀਂ ਉਹਨੂੰ ਐਂਟਰ ਕਰਾਂਗੇ, ਉਹ ਸਾਡਾ ਗਲਤ ਹੋ ਜਾਏਗਾ। ਜਦੋਂ ਵੱਖ-ਵੱਖ ਚੋਣਾਂ ਹੁੰਦੀਆਂ ਨੇ, ਜਿੱਦਾਂ ਕੋਈ ਸਰਪੰਚੀ ਦੀਆਂ ਚੋਣਾਂ ਹੋ ਗਈਆਂ ਜਾਂ ਕਿਸੇ ਵੀ ਕਿਸਮ ਦੀਆਂ ਚੋਣਾਂ ਹੋ ਗਈਆਂ, ਤਾਂ ਸਾਡਾ ਬੈਲਟ ਪੇਪਰ ਬਣਦਾ। ਜਦੋਂ EVM ਜਿਹੜੀ ਸੈੱਟ ਕੀਤੀ ਜਾਂਦੀ ਹੈ ਜਾਂ ਬੈਲਟ ਪੇਪਰ ਬਣਦਾ, ਜਿਹੜਾ ਪੰਜਾਬੀ ਦੇ ਵਿੱਚ ਬੈਲਟ ਪੇਪਰ ਬਣਦਾ ਹੈ, ਉਸ ਬੈਲਟ ਪੇਪਰ ਦੇ ਵਿੱਚ ਵੀ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਜਿਹੜਾ ਪੈਰ ਬਿੰਦੀ ਵਾਲਾ ਅੱਖਰ ਹੈ ਉਹ ਮੂਲ ਅੱਖਰ ਦੇ ਬਾਅਦ ਹੁੰਦਾ। ਮੈਂ ਇਹਦੀ ਜਿਹੜੀ ਉਦਾਹਰਨ ਹੈ ਉਹ ਤੁਹਾਨੂੰ ਸਮਝਾਊਂਗਾ। ਜਿਵੇਂ ਇੱਕ ਅਸੀਂ ਸ਼ਬਦ ਲੈਂਦੇ ਹਾਂ, ਬੰਦੇ ਦਾ ਨਾਂ ਹੈ, ਮੰਨ ਲਓ ਕੋਈ ਵੀ ਨਾਂ ਹੈ, ਉਹਦਾ ਨਾਂ ਹੈਗਾ ਸਿੰਦਰ, ਦੂਜੇ ਦਾ ਨਾਂ ਹੈ ਸ਼ਿੰਦਰ। ਹੁਣ ਸਿੰਦਰ ਪਹਿਲਾਂ ਆਏਗਾ, ਸ਼ਿੰਦਰ ਅਗਲਾ ਸ਼ਬਦ ਹੋਏਗਾ। ਅਸੀਂ ਇਹ ਨਹੀਂ ਕਰਾਂਗੇ ਕਿ ਸਿੰਦਰ ਤੋਂ ਬਾਅਦ ਜਿੰਨੇ ਬਾਕੀ ਦੇ ਸ਼ਬਦ ਨੇ ਉਹਨਾਂ ਸਾਰੇ ਸ਼ਬਦਾਂ ਨੂੰ ਲੰਘਾ ਦਈਏ, ਰਾੜੇ ਤੱਕ ਸਭ ਕੁਝ ਖਤਮ ਕਰਨ ਤੋਂ ਬਾਅਦ ਫਿਰ ਪੈਰ ਬਿੰਦੀ ਵਾਲੇ ਚੁੱਕੀਏ। ਸੋ ਮੈਨੂੰ ਲੱਗਦਾ ਤੁਸੀਂ ਮੇਰੀ ਕਹੀ ਗੱਲ ਸਮਝ ਗਏ। ਫਿਰ ਜਿਹੜੇ ਸਾਡੇ ਲਗਾਖਰ ਨੇ, ਲਗਾਖਰ ਕੀ ਨੇ? ਬਿੰਦੀ, ਟਿੱਪੀ ਅਤੇ ਅਦਕ।
ਬਿੰਦੀ ਟਿੱਪੀ ਅਤੇ ਅਧਿਕ ਸਾਡੇ ਕੋਲ 3 ਲਗਾਖਰ ਨੇ। ਜਿਹੜੇ ਅੱਖਰਾਂ ਨਾਲ ਵੀ ਲੱਗਣ ਤੇ ਲਗਾ ਮਾਤਰਾ ਨਾਲ ਵੀ ਲੱਗਣ ਉਹਨਾਂ ਨੂੰ ਅਸੀਂ ਲਗਾਖਰ ਕਹਿੰਦੇ ਹਾਂ। ਜਿਹੜੇ ਲਗਾਖਰ ਨੇ ਉਹਨਾਂ ਦੀ ਵੀ ਮਹੱਤਤਾ ਹੈ। ਜਦੋਂ ਅਸੀਂ ਡਿਕਸ਼ਨਰੀ ਜਾਂ ਸ਼ਬਦਕੋਸ਼ ਦੀ ਤਰਤੀਬ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਬਿੰਦੀ ਟਿੱਪੀ ਅਧਿਕ ਵਾਲੇ ਅੱਖਰ ਨੂੰ ਕਿਵੇਂ ਅਸੀਂ ਵਿਚਾਰਨਾ ਹੈ, ਇਹ ਤੁਸੀਂ ਕੈਪਸ਼ਨ ਦੇ ਵਿੱਚ ਦੇਖ ਸਕਦੇ ਹੋ। ਜੇਕਰ ਦੋ ਸ਼ਬਦਾਂ ਦੇ ਪਹਿਲੇ ਅੱਖਰ ਵੀ ਇੱਕੋ ਹਨ ਅਤੇ ਉਹਨਾਂ ਨੂੰ ਇੱਕੋ ਜਿਹੀ ਮਾਤਰਾ ਲੱਗੀ ਹੈ, ਪਰ ਉਹਨਾਂ ਵਿੱਚੋਂ ਇੱਕ ਅੱਖਰ ਨੂੰ ਲਗਾਖਰ ਲੱਗਾ ਹੈ ਤੇ ਦੂਸਰਾ ਲਗਾਖਰ ਤੋਂ ਬਿਨਾਂ ਹੈ, ਤਾਂ ਮਾਤਰਾ ਵਾਲਾ ਸ਼ਬਦ ਪਹਿਲਾਂ ਆਵੇਗਾ ਅਤੇ ਲਗਾਖਰ ਵਾਲਾ ਸ਼ਬਦ ਬਾਅਦ ਵਿੱਚ ਆਵੇਗਾ। ਜਿਵੇਂ ਚੰਚਲ, ਕਿਰਤ, ਚਰਖਾ, ਕਿੰਨਰ ਆਦਿ ਸ਼ਬਦਾਂ ਦੀ ਸਹੀ ਤਰਤੀਬ ਹੋਏਗੀ ਕਿਰਤ, ਕਿੰਨਰ, ਚਰਖਾ, ਚੰਚਲ। ਦੂਜਾ ਅਹਿਮ ਨੁਕਤਾ ਇਹ ਹੈ, ਜੇਕਰ ਦੋ ਸ਼ਬਦਾਂ ਦੇ ਪਹਿਲੇ ਅੱਖਰ ਵੀ ਇੱਕੋ ਹਨ ਤੇ ਉਹਨਾਂ ਨੂੰ ਇੱਕੋ ਜਿਹੀ ਮਾਤਰਾ ਲੱਗੀ ਹੈ, ਪਰ ਉਹਨਾਂ ਵਿੱਚੋਂ ਇੱਕ ਦੁੱਤ ਅੱਖਰ ਭਾਵ ਹਾਹਾ ਰਾਰਾ ਵਾਵਾ ਹੈ ਤੇ ਦੂਜਾ ਦੁੱਤ ਅੱਖਰ ਨਹੀਂ ਹੈ, ਤਾਂ ਦੁੱਤ ਅੱਖਰ ਵਾਲਾ ਸ਼ਬਦ ਬਾਅਦ ਵਿੱਚ ਆਵੇਗਾ। ਜਿਵੇਂ ਪਵਨ, ਪ੍ਰਿੰਟ, ਪ੍ਰਗਟ, ਪਿੰਗਲਾ ਆਦਿ ਸ਼ਬਦਾਂ ਦਾ ਸਹੀ ਕ੍ਰਮ ਹੋਵੇਗਾ ਪਵਨ, ਪ੍ਰਗਟ, ਪਿੰਗਲਾ ਅਤੇ ਪ੍ਰਿੰਟ। ਜੇਕਰ ਮਾਤਰਾਵਾਂ ਅਲੱਗ-ਅਲੱਗ ਹਨ ਤਾਂ ਕ੍ਰਮ ਮਾਤਰਾ ਵਾਲਾ ਹੀ ਰਹੇਗਾ। ਮੋٹے ਤੌਰ ਤੇ ਮੈਂ ਫਿਰ ਸਾਰਾ ਦੁਹਰਾ ਦਿਆਂ, ਜਦੋਂ ਵੀ ਅਸੀਂ ਸ਼ਬਦਕੋਸ਼ ਦੀ ਤਰਤੀਬ ਬਣਾਉਣੀ ਹੈ, ਪਹਿਲੇ ਨੰਬਰ ਤੇ ਅਸੀਂ ਅੱਖਰ ਨੂੰ ਦੇਖਣਾ ਹੈ। ਸ਼ਬਦ ਕਿਸ ਅੱਖਰ ਤੋਂ ਸ਼ੁਰੂ ਹੁੰਦਾ, ਊੜੇ ਤੋਂ ਲੈ ਕੇ ੜਾੜੇ ਤੱਕ ਜਿਹੜੇ ਵੀ ਕ੍ਰਮ ਦੇ ਵਿੱਚ ਉਹ ਅੱਖਰ ਆਉਂਦੇ ਨੇ ਉਹਨਾਂ ਨੂੰ ਅਸੀਂ 1 2 3 4 5 ਕਰਕੇ ਤਰਤੀਬ ਦੇ ਵਿੱਚ ਲਿਖ ਦਿਆਂਗੇ। ਦੂਜੇ ਨੰਬਰ ਦੇ ਉੱਤੇ ਅਸੀਂ ਲਗਾ ਮਾਤਰਾ ਨੂੰ ਅੱਗੇ ਰੱਖਦੇ ਹਾਂ ਕਿ ਕਿਹੜੇ ਅੱਖਰ ਨੂੰ ਕਿਹੜੀ ਲਗ ਲੱਗੀ ਹੈ। ਜੇ ਅੱਖਰ ਮਿਲਦੇ ਹੋਣ ਤਾਂ ਫਿਰ ਅਸੀਂ ਲਗਾ ਮਾਤਰਾ ਨੂੰ ਤਰਤੀਬ ਵਿੱਚ ਰੱਖਦੇ ਹਾਂ। ਫਿਰ ਅਗਲਾ ਪੁਆਇੰਟ ਇਹ ਆ ਵੀ ਜੇ ਪਹਿਲਾ ਅੱਖਰ ਤੇ ਉਹਨੂੰ ਲੱਗੀ ਲਗ ਮਾਤਰ ਵੀ ਇੱਕੋ ਤਰੀਕੇ ਦੇ ਹੋਣ, ਮਿਲਦੇ ਹੋਣ, ਤਾਂ ਫਿਰ ਅਸੀਂ ਦੂਜੇ ਅੱਖਰ ਤੇ ਜਾਂਦੇ ਹਾਂ। ਫਿਰ ਅਸੀਂ ਦੂਜੇ ਅੱਖਰ ਨੂੰ ਲੱਗੀ ਲਗ ਤੇ ਮਾਤਰ ਨੂੰ ਦੇਖਦੇ ਹਾਂ। ਜੇ ਉਹ ਵੀ ਮਿਲਦੇ ਹੋਣ ਤਾਂ ਫਿਰ ਅਸੀਂ ਤੀਜੇ ਅੱਖਰ ਤੇ ਜਾਂਦੇ ਹਾਂ। ਤੇ ਤੀਜੇ ਅੱਖਰ ਨੂੰ ਕਿਹੜੀ ਲਗ ਮਾਤਰ ਲੱਗੀ ਹੈ ਫਿਰ ਉਹ ਦੇਖਦੇ ਹਾਂ। ਇਸ ਤਰ੍ਹਾਂ ਤਰਤੀਬ ਚੱਲਦੀ ਰਹਿੰਦੀ ਹੈ। ਸੋ ਪਹਿਲਾਂ ਅਸੀਂ 35 ਦੇ ਊੜੇ ਤੋਂ ਲੈ ਕੇ ੜਾੜੇ ਤੱਕ ਅੱਖਰਾਂ ਦੀ ਤਰਤੀਬ ਬਣਾਉਣੀ ਹੈ। ਦੂਜੇ ਨੰਬਰ ਤੇ ਅਸੀਂ ਲਗਾ ਮਾਤਰਾ ਨੂੰ ਵਿਚਾਰਨਾ ਹੈ। ਜੇ ਦੋਨੋਂ ਚੀਜ਼ਾਂ ਸੇਮ ਹੋਣ ਤਾਂ ਫਿਰ ਅਸੀਂ ਅਗਲੇ ਅੱਖਰ ਤੇ, ਫਿਰ ਉਸ ਅਗਲੇ ਅੱਖਰ ਨੂੰ ਲੱਗੀ ਲਗ ਮਾਤਰ ਤੇ। ਜੇ ਉਹ ਵੀ ਸੇਮ ਹੋਣ ਤਾਂ ਉਸ ਤੋਂ ਅਗਲੇ ਅੱਖਰ ਤੇ ਉਸ ਅੱਖਰ ਨੂੰ ਲੱਗੀ ਲਗ ਮਾਤਰ ਤੇ ਜਾਵਾਂਗੇ। ਤੇ ਇੱਕ ਖਾਸ ਖਿਆਲ ਰੱਖਣਾ ਕਿ ਜਿਹੜੇ ਨਵੀਨ ਟੋਲੀ ਵਾਲੇ ਅੱਖਰ ਨੇ, ਭਾਵੇਂ ਸਾਡੇ ਕਾਇਦੇ ਵਿੱਚ ਉਹ ੜਾੜੇ ਤੋਂ ਬਾਅਦ ਲਿਖੇ ਜਾਂਦੇ ਨੇ, ਲੇਕਿਨ ਸ਼ਬਦਕੋਸ਼ ਦੀ ਤਰਤੀਬ ਦੇ ਵਿੱਚ ਉਹ ਜਿਹੜੇ ਅੱਖਰ ਦੇ ਪੈਰ ਬਿੰਦੀ ਪਈ ਹੁੰਦੀ ਹੈ ਉਸ ਅੱਖਰ ਤੋਂ ਬਾਅਦ ਉਹਦਾ ਕ੍ਰਮ ਹੁੰਦਾ। ਸੋ ਕੁਝ ਤੁਹਾਨੂੰ ਕੈਪਸ਼ਨਸ ਜਿਹੜੀਆਂ ਨੇ ਉਹ ਦਿਖਾ ਰਹੇ ਹਾਂ। ਉਹ ਕੈਪਸ਼ਨਸ ਦੇਖਣ ਦੇ ਨਾਲ ਤੁਹਾਨੂੰ ਕਲੈਰਿਟੀ ਹੋ ਜਾਏਗੀ। ਤੁਸੀਂ ਕੁਝ ਕੈਪਸ਼ਨਸ ਦੇਖੀਆਂ ਹੋਣਗੀਆਂ, ਉਹਦੇ ਨਾਲ ਤੁਹਾਨੂੰ ਕਲੈਰਿਟੀ ਹੋਈ ਹੋਏਗੀ ਕੀ, ਕਿਵੇਂ, ਕਿੱਥੇ। ਤੇ ਇਸ ਸਵਾਲ ਨੂੰ ਸਭ ਤੋਂ ਸੌਖੇ ਤਰੀਕੇ ਨਾਲ ਜੇ ਅਸੀਂ ਆਪਣੇ ਘਰ ਦੇ ਵਿੱਚ ਕਰਨਾ ਹੋਵੇ ਤਾਂ ਸਾਰਿਆਂ ਨੂੰ ਸੌਖਾ ਤਰੀਕਾ, ਜਿੰਨੇ ਘਰ ਦੇ ਮੈਂਬਰ ਨੇ ਜਾਂ ਜਿੰਨੇ ਘਰ ਬੱਚੇ ਨੇ ਜਾਂ ਜਿੰਨੇ ਸਾਥੀ ਦੋਸਤ ਨੇ, ਉਹ ਸਾਰੇ ਇਕੱਠੇ ਹੋ ਕੇ ਆਪੋ ਆਪਣੇ ਨਾਂ ਕਾਗਜ਼ ਤੇ ਲਿਖ ਲੈਣ। ਇੱਕ ਜਣਾ ਮੂਹਰੇ ਜੱਜ ਬਣ ਜਾਵੇ, ਬਾਕੀ ਉਹਦੇ ਸਾਹਮਣੇ ਖੜੇ ਹੋ ਜਾਣ। ਉਹ ਕ੍ਰਮ ਦੇ ਵਿੱਚ ਆ ਕੇ ਉਸ ਨੂੰ 1 2 3 ਕਰਕੇ ਤਰਤੀਬਬੱਧ ਕਰਕੇ ਖੜਾ ਦੇਗਾ। ਤੇ ਉਹਦੇ ਨਾਲ ਜਦੋਂ ਬੱਚੇ ਆਪਣੇ ਨਾਵਾਂ ਵਿੱਚ, ਪਰਿਵਾਰ ਆਪਣੇ ਨਾਵਾਂ ਵਿੱਚ ਕ੍ਰਮ 'ਚ ਖੜ ਜਾਣਗੇ ਤਾਂ ਸਾਨੂੰ ਇਹ ਸਵਾਲ ਬਹੁਤ ਸੌਖਾ ਨਜ਼ਰ ਆਵੇਗਾ। ਮੈਨੂੰ ਲੱਗਦਾ ਹੈ ਕਿ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਸ਼ਬਦਕੋਸ਼ ਬਾਰੇ ਦੱਸਿਆ, ਤੁਸੀਂ ਸਮਝ ਗਏ ਹੋਵੋਗੇ। ਇਹ +2 ਦੇ ਵਿਦਿਆਰਥੀ ਔਰ ਜਿਹੜੇ ਵਿਦਿਆਰਥੀਆਂ ਨੇ ਕਿਸੇ ਕਿਸਮ ਦਾ ਕੋਈ ਐਂਟਰੈਂਸ ਟੈਸਟ ਦੇਣਾ ਉਹਨਾਂ ਵਾਸਤੇ। ਸੋ ਬਹੁਤ ਸ਼ੁਕਰੀਆ। ਬਹੁਤ ਜਲਦ ਅਗਲਾ ਲੈਕਚਰ ਲੈ ਕੇ ਮਿਲਾਂਗੇ। ਤੁਸੀਂ ਲਫ਼ਜ਼ਾਂ ਦੀ ਦੁਨੀਆ LDD TV ਨੂੰ ਦੇਖਦੇ ਰਹੋ, ਸਬਸਕ੍ਰਾਈਬ ਕਰਦੇ ਰਹੋ ਤੇ ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਦੇ ਰਹੋ। ਬਹੁਤ ਸ਼ੁਕਰੀਆ, ਮਿਹਰਬਾਨੀ।